ਅੱਜ 1 ਮਾਰਚ 2023 ਨੂੰ ਚੰਡੀਗੜ੍ਹ ਵਿੱਚ ਪ੍ਰੈਸ ਰਿਲੀਜ਼ ਕਰ ਰਹੇ ਹਾਂ, ਜਿਹਦੇ ਅੰਦਰ ਅਸੀਂ ਅਨਾਉਂਸ ਕੀਤਾ ਹੈ ਕਿ ਰੂਪਕ ਗੁਰੂ ਨਾਨਕ ਕੇ ਕਦਮੋਂ ਕੀ ਰੂਹਾਨੀ ਛਾਪ ਹਿੰਦੀ ਵਰਜ਼ਨ ਗੁਰੂ ਨਾਨਕ ਡਾਕੂਮੈਂਟਰੀ ਸੀਰੀਜ਼ ਦੀ ਅਸੀਂ ਅੱਜ ਰਿਲੀਜ਼ ਕੀਤੀ ਹੈ। ਪਹਿਲੀ ਐਪੀਸੋਡ 24 ਐਪੀਸੋਡ ਦੀ ਦਸਤਾਵੇਜ਼ੀ ਧਾਰਾਵਾਹਿਕ ਫਿਲਮ ਡਾਕੂਮੈਂਟਰੀ ਸੀਰੀਜ਼ ਹੈ ਅਤੇ ਇਸ ਨੂੰ ਅੱਜ ਤੋਂ ਹਰ ਹਫ਼ਤੇ ਇਸ ਪਹਿਲੀ ਤਰੀਕ ਤੋਂ ਬਾਅਦ ਹੁਣ ਅਗਲਾ ਆਏਗਾ 7 ਦਿਨ ਬਾਅਦ, ਉਸ ਤੋਂ ਬਾਅਦ 7 ਦਿਨ ਬਾਅਦ ਹਰ ਹਫ਼ਤੇ ਇੱਕ ਐਪੀਸੋਡ ਆਉਣੇ ਸ਼ੁਰੂ ਹੋਣਗੇ। ਸਾਰਾ ਕੰਟੈਂਟ thegurunanak.com ਦੇ ਉੱਪਰ ਅਵੇਲੇਬਲ ਹੈਗਾ ਔਰ ਫ੍ਰੀ ਆਫ ਕਾਸਟ ਹੈ, ਕੋਈ ਵੀ ਦੇਖ ਸਕਦਾ ਉਹਨੂੰ। ਲੇਕਿਨ ਇਸ ਤੋਂ ਪਹਿਲਾਂ ਅਸੀਂ 3 ਲੈਂਗੁਏਜ ਵਿੱਚ ਕਰ ਚੁੱਕੇ ਹਾਂ। ਇੰਗਲਿਸ਼ ਵਿੱਚ ਅਸੀਂ ਸੈਪਟੈਂਬਰ 2021 ਵਿੱਚ ਰਿਲੀਜ਼ ਕੀਤੀ ਸੀਗੀ। ਫਿਰ ਅਸੀਂ ਜੂਨ 2022 ਦੇ ਅੰਦਰ ਅਸੀਂ ਪੰਜਾਬੀ ਦੇ ਅੰਦਰ ਵਿੱਚ ਵਿਦ ਗੁਰਮੁਖੀ ਸਕ੍ਰਿਪਟ ਰਿਲੀਜ਼ ਕੀਤੀ ਸੀ। ਫਿਰ ਸੈਪਟੈਂਬਰ ਦੇ ਅੰਦਰ ਅਸੀਂ ਪੰਜਾਬੀ ਵਿੱਚ ਸ਼ਾਹਮੁਖੀ ਸਕ੍ਰਿਪਟ ਵਿੱਚ ਕੀਤੀ ਹੈ, ਜਿਹੜੀ ਉਰਦੂ ਵਿੱਚ ਪੰਜਾਬੀ ਲਿਖੀ ਜਾਂਦੀ ਹੈ। ਹੁਣ ਅਸੀਂ ਹਿੰਦੀ 'ਚ ਰਿਲੀਜ਼ ਕੀਤੀ ਹੈ। ਹੁਣ ਤੱਕ 6.5 ਲੱਖ ਵਿਊ ਹੋ ਗਏ ਨੇ। ਅਸੀਂ ਵੈਬਸਾਈਟ ਦੇ ਉੱਤੇ ਰਿਲੀਜ਼ ਕੀਤੀ ਹੋਈ ਹੈ, YouTube ਤੇ ਨਹੀਂ ਕੀਤਾ ਬਿਕੋਜ਼ ਤਾਂ ਕਰਕੇ ਥੋੜ੍ਹਾ ਉਹ ਜਿਹੜੀ ਐਕਸਪੋਨੈਂਸ਼ੀਅਲ ਗਰੋਥ ਜਿਹੜੀ ਹੁੰਦੀ ਹੈ ਉਹ ਲਿਮਿਟਡ ਹੈ, ਬਿਕੋਜ਼ ਵੈਬਸਾਈਟ ਦੇ ਉੱਤੇ ਹੁਣ ਜਿਹੜਾ ਬਾਈ ਵਰਡ ਆਫ ਮਾਊਥ ਜੋ ਕੋਈ ਦੇਖਦਾ ਹੈ। ਫਿਰ ਵੀ ਅਸੀਂ ਬੜੇ ਘੱਟ ਟਾਈਮ ਦੇ ਅੰਦਰ 6.5 ਲੱਖ ਵਿਊਜ਼ ਹੋ ਗਏ ਨੇ। ਔਰ ਸਭ ਤੋਂ ਸਾਨੂੰ ਖੁਸ਼ੀ ਦੀ ਗੱਲ ਇਹ ਹੈ ਕਿ ਬਾਹਰ ਦੇ ਮੁਲਕਾਂ ਵਿੱਚ ਜਿਹੜੇ ਨੌਨ ਇੰਡੀਅਨਸ ਨੇ, ਜਿਨ੍ਹਾਂ ਦਾ ਗੁਰੂ ਨਾਨਕ ਨਾਲ ਸ਼ਾਇਦ ਕੁਝ ਰਾਬਤਾ ਵੀ ਨਹੀਂ ਹੈ, ਉਹ ਇਸ ਨੂੰ ਦੇਖ ਰਹੇ ਨੇ। ਔਰ ਸਾਨੂੰ ਰੀਸੈਂਟਲੀ ਅਵਾਰਡ ਵੀ ਦਿੱਤਾ ਗਿਆ ਇਸ ਸੀਰੀਜ਼ ਵਾਸਤੇ, ਐਂਡ ਇਟਸ ਇਨ ਨਿਊਯਾਰਕ ਆਸਟਰ ਯੂਨੀਵਰਸਿਟੀ ਨੇ ਦਿੱਤਾ ਹੈ ਇੰਟਰਫੇਥ ਅਵਾਰਡ। ਬਟ ਉਹਦੇ ਨਾਲ ਸਾਨੂੰ ਲੱਗਦਾ ਹੈ, ਮਹਿਸੂਸ ਹੁੰਦਾ ਹੈ ਕਿ ਇਹ ਜਿਹੜਾ ਕੰਮ ਹੈਗਾ ਇਹਦੀ ਵੈਲਿਊ ਲੋਕ ਬਿਯੋਂਡ ਦ ਬਾਊਂਡਰੀਜ਼ ਆਫ ਰਿਲੀਜਨ ਇੱਕ ਹਿਊਮਨ ਲੈਵਲ ਦੇ ਉੱਤੇ ਸਮਝ ਰਹੇ ਨੇ। ਦੇਖੋ ਜੀ, ਉਹ ਪਰਪਸ ਤੇ ਹੁੰਦਾ ਨੇ ਕਿ ਮੇਰੀ ਜ਼ਿੰਦਗੀ ਦੇ ਅੰਦਰ ਮੈਂ ਤੇ ਕਾਰਪੋਰੇਟ ਜਗਤ ਵਿੱਚ ਸੀਗਾ। ਆਈ ਯੂਜ਼ਡ ਟੂ ਵਰਕ ਫॉर ਅਮਰੀਕਨ ਐਕਸਪ੍ਰੈਸ ਬੈਂਕ। ਮੈਂ ਏਸ਼ੀਆ ਪੈਸੀਫਿਕ ਰੀਜਨ ਦਾ ਹੈਡ ਸੀਗਾ। 2014 ਦੇ ਅੰਦਰ ਕਿਸੇ ਕਾਰਨਵਸ਼ ਉਹ ਜੌਬ ਤੋਂ ਮੈਂ ਰਿਜ਼ਾਈਨ ਕੀਤਾ ਬਿਕੋਜ਼ ਮੇਰੀ ਜੌਬ ਆਸਟ੍ਰੇਲੀਆ ਮੂਵ ਕਰ ਰਹੀ ਸੀਗੀ। ਲੇਕਿਨ ਮੇਰੇ ਅੰਦਰ ਸਿਰਫ ਇੱਕ ਤਾਂਘ ਸੀਗੀ ਕਿ ਚੀਜ਼ ਨੂੰ ਸਮਝਣ ਵਾਸਤੇ। ਹੁਣ ਮੈਂ ਉਸ ਨੂੰ ਕਹਾਂ ਕਿ ਕੀ ਮਕਸਦ ਸੀਗਾ, ਉਹ ਉਸ ਟਾਈਮ ਕਿਉਂ ਮਕਸਦ ਬਣਿਆ। ਉਹ ਕੋਈ ਚੀਜ਼ਾਂ ਲਾਈਫ ਵਿੱਚ ਇਹੋ ਜਿਹੀ ਹੁੰਦੀਆਂ ਨੇ ਕਿ ਤੁਹਾਨੂੰ ਕੋਈ ਰੱਬੀ ਨੂਰ ਤੁਹਾਨੂੰ ਸਿਲੈਕਟ ਕਰਦੀ ਹੈ ਸ਼ਾਇਦ ਕੰਮ ਕਰਨ ਵਾਸਤੇ। ਇਸ ਕਰਕੇ ਹੋ ਸਕਦਾ ਮੇਰੇ 25 ਸਾਲ ਦੀ ਸਰਵਿਸ ਦਾ ਕੰਮ ਜਿਹੜਾ ਮੁਕੰਮਲ ਹੋ ਗਿਆ ਸੀਗਾ ਅਤੇ ਮੈਨੂੰ ਮਹਿਸੂਸ ਹੁੰਦਾ ਹੈ ਕਿ ਮੇਰੀ ਲਾਈਫ ਦਾ ਪਰਪਸ ਇਹੀ ਸੀਗਾ ਕਿ 2014 ਨੇ ਜਦੋਂ ਛੱਡਿਆ ਤਾਂ ਮੈਂ ਪਹਿਲੇ ਪਾਕਿਸਤਾਨ ਚਲਾ ਗਿਆ। ਲੇਕਿਨ ਉੱਥੇ ਜਾਣ ਦੇ ਵਿੱਚ ਮਤਲਬ ਬੜੀ ਚੀਜ਼ ਦੀ ਪ੍ਰੈਪਰੇਸ਼ਨ ਹੁੰਦੀ ਹੈ। ਮੈਂ ਪ੍ਰੈਪਰੇਸ਼ਨ ਕੁਝ ਕੀਤੀ ਨਹੀਂ ਸੀਗੀ, ਪ੍ਰੈਪਰੇਸ਼ਨ ਆਪ ਹੋ ਰਹੀ ਸੀ ਕਿਉਂਕਿ 17 ਸਾਲ ਦੀ ਉਮਰ ਤੋਂ ਮੈਂ ਤਾਰੀਖ ਪੜ੍ਹ ਰਿਹਾ ਸੀਗਾ, ਮਿਊਜ਼ਿਕੋਲੋਜੀ ਕਰ ਰਿਹਾ ਸੀਗਾ, ਫਲਸਫੇ ਪੜ੍ਹ ਰਿਹਾ ਸੀਗਾ, ਫੋਟੋਗ੍ਰਾਫੀ ਕਰ ਰਿਹਾ ਸੀਗਾ, ਬੜਾ ਕੁਛ ਚੀਜ਼ਾਂ 'ਚ ਹੱਥ ਪਾਇਆ ਅਤੇ ਉਹ ਕੰਮ ਕਰਦੇ ਕਰਦੇ ਕੀਤਾ ਨਾ, ਇੱਕ ਪੈਸ਼ਨ ਆਪਣਾ ਡਿਵੈਲਪ ਕਰ ਰਿਹਾ ਸੀਗਾ। ਅਤੇ ਉਹ 2014 ਦੇ ਅੰਦਰ ਜਦੋਂ ਕਾਰਪੋਰੇਟ ਜਗਤ ਦਾ ਬੂਹਾ ਬੰਦ ਹੋਇਆ ਅਤੇ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਪਾਕਿਸਤਾਨ ਜਾ ਕੇ ਆਪਣੀ ਵਿਰਾਸਤ ਨੂੰ ਖੋਜਣਾ ਚਾਹੀਦਾ, ਆਪਣੇ ਬਜ਼ੁਰਗਾਂ ਦੀ ਚੀਜ਼ ਨੂੰ ਦੇਖਣਾ ਚਾਹੀਦਾ। ਅੱਜ 2000 ਹਾਂ ਮੈਂ ਇਸ ਨੂੰ ਇੱਕ ਵੱਡੇ ਦਾਇਰੇ 'ਤੇ ਕਹਾਂਗਾ। ਮੇਰੇ ਪਾਕਿਸਤਾਨ ਜਾਣ ਦਾ ਮਕਸਦ ਇਹ ਨਹੀਂ ਸੀਗਾ ਮੈਂ ਗੁਰਦੁਆਰੇ ਜਾਣਾ। ਜਾਂ ਅੱਜ ਕੱਲ੍ਹ ਸਿੱਖ ਜਗਤ ਦੇ ਅੰਦਰ ਨਨਕਾਣਾ ਸਾਹਿਬ, ਪੰਜਾ ਸਾਹਿਬ, ਕਰਤਾਰਪੁਰ ਸਾਹਿਬ ਜਾਂ ਇੱਕ ਦੋ ਹੋਰ ਗੁਰਦੁਆਰੇ ਤੱਕ ਹੀ ਗੱਲ ਸੀਮਿਤ ਹੈ। ਮੇਰਾ ਇਹ ਸੀਗਾ ਕਿ ਇੱਕ ਪੂਰੀ ਵਿਰਾਸਤ ਖਤਮ ਹੋ ਗਈ। ਔਰ ਵਿਰਾਸਤ ਸਿਰਫ ਗੁਰਦੁਆਰੇ ਨਹੀਂ ਹੁੰਦੇ, ਗੁਰਦੁਆਰੇ ਇੱਕ ਪੱਖ ਹੁੰਦੇ ਨੇ ਉਹ ਰਿਲੀਜੀਅਸ ਐਂਗਲ ਦੇ ਨਾਲ। ਲੇਕਿਨ ਤੁਹਾਡਾ ਇੱਕ ਇੰਟਰਫੇਥ ਸੀਗਾ, ਤੁਸੀਂ ਹੋਰ ਲੋਕਾਂ ਨਾਲ ਰਹਿ ਰਹੇ ਸੀਗੇ। ਉਹਨਾਂ ਦੇ ਅੰਦਰ ਬਾਬਾ ਫਰੀਦ ਵੀ ਆਉਂਦੇ ਨੇ, ਗੁਰੂ ਗੋਬਿੰਦ ਸਿੰਘ ਦੇ ਟਾਈਮ ਦੇ ਬਾਬਾ ਬੁੱਲੇ ਸ਼ਾਹ ਵੀ ਉਹਨਾਂ ਦੇ ਸਮਕਾਲੀਨ ਸੀਗੇ। ਇਹ ਸਾਰੀ ਚੀਜ਼ਾਂ ਨੂੰ ਅਗਰ ਤੁਸੀਂ ਦੇਖੋ, ਸੁਸਾਇਟੀ ਦੇ ਅੰਦਰ ਤੁਹਾਡਾ ਇੱਕ ਇੰਪਾਇਰ ਬਣਿਆ ਸੀਗਾ। ਇੰਪਾਇਰ ਦੇ ਅੰਦਰ ਤੁਸੀਂ ਅਫਗਾਨਿਸਤਾਨ ਬਾਰਡਰ ਤੱਕ ਕਿਲੇ ਬਣੇ ਸੀਗੇ। ਅਤੇ ਆਰਟ ਆਰਕੀਟੈਕਚਰ ਜਿਹੜੇ ਸਿੰਧ ਬਲੋਚਿਸਤਾਨ ਦੇ ਅੰਦਰ ਗੁਰੂ ਨਾਨਕ ਨਾਮ ਲੇਵਾ ਸੰਗਤ ਰਹਿ ਰਹੀ ਹੈ, ਪੰਜਾਬ ਸ਼ਾਇਦ ਉਹਨਾਂ ਨੂੰ ਸਮਝਦਾ ਨਹੀਂ ਹੈ, ਰਾਈਟ। ਅਤੇ ਉਹ ਇਤਨਾ ਵੱਡਾ ਇੰਡਸ ਇਲਾਕੇ ਦਾ ਜਿਹੜਾ ਇੱਕ ਕਲਚਰ ਸੀਗਾ, ਇੱਕ ਲੈਗੇਸੀ ਸੀਗੀ, ਇੱਕ ਵਿਰਾਸਤ ਸੀਗੀ, ਉਹਨੂੰ ਤੁਸੀਂ ਸਿਰਫ ਗੁਰਦੁਆਰੇ ਦੇ ਲੈਂਸ ਨਾਲ ਨਹੀਂ ਦੇਖ ਸਕਦੇ। ਅਤੇ ਮੈਂ ਉਸ ਨੂੰ ਖੋਜਣ ਗਿਆ ਸੀਗਾ। ਅਤੇ ਮੈਂ ਇਸ ਨੂੰ ਯਾਤਰਾ ਤਾਂ ਨਹੀਂ ਕਹਾਂਗਾ ਕਿਉਂਕਿ ਯਾਤਰਾ ਦਾ ਅਕਸਰ ਉਹ ਮਾਇਨਾ ਫਿਰ ਇੱਕ ਰਿਲੀਜੀਅਸ ਐਸਪੈਕਟ ਨਾਲ ਆਉਂਦਾ ਹੈ। ਇੱਕ ਖੋਜ ਸੀਗੀ, ਬਸ ਮੈਂ ਚਲਾ ਗਿਆ। ਪਾਕਿਸਤਾਨ ਗਏ ਤਾਂ ਕਿਤਾਬਾਂ ਜਿਹੜੀਆਂ ਨੇ ਐਮਾਜ਼ੋਨ ਤੋਂ ਤੁਹਾਨੂੰ ਮਿਲ ਜਾਣਗੀਆਂ। ਇਹਦੇ ਅੰਦਰ 126 ਸ਼ਹਿਰਾਂ ਦੇ ਪਿੰਡਾਂ ਦੇ ਅੰਦਰ ਅੱਜ ਤੇ ਸੋਸ਼ਲ ਮੀਡੀਆ ਦੇ ਅੰਦਰ ਕਾਫੀ ਕੁਝ ਚੀਜ਼ਾਂ ਖੁੱਲ੍ਹ ਗਈਆਂ ਨੇ। ਲੇਕਿਨ 2014 ਤੋਂ ਲੈ ਕੇ 2017 ਦੇ ਵਿਚਕਾਰ ਜਦੋਂ ਇਹ ਕੰਮ ਕੀਤਾ ਸੀਗਾ, ਡਾਕੂਮੈਂਟਡ ਕਿਸੇ ਬਾਹਰ ਦੇ ਬੰਦੇ ਨੂੰ ਸਿੰਧ ਬਲੋਚਿਸਤਾਨ ਬਣਨਾ, ਗਿਲਗਿਟ ਬਲਟਿਸਤਾਨ, ਖੈਬਰ ਪਖਤੂਨਖਵਾ ਤੱਕ ਜਾਣਾ ਬੜਾ ਮੁਸ਼ਕਿਲ ਹੁੰਦਾ ਸੀਗਾ, ਉਹ ਮੈਂ ਡਾਕੂਮੈਂਟ ਕੀਤਾ। ਲੇਕਿਨ ਉਸ ਤੋਂ ਬਾਅਦ ਫਿਰ ਇੱਕ ਕੰਮ ਗੱਲ ਤੇ ਹੁਣ ਇਸ ਗੁਰੂ ਨਾਨਕ ਡਾਕੂਮੈਂਟਰੀ ਦੀ ਨਾ, ਉਹ ਤਾਂ ਇੱਕ ਜ਼ਰੀਆ ਸੀਗਾ, ਇੱਕ ਰਸਤਾ ਸੀਗਾ, ਅਤੇ ਰੱਬ ਨੇ ਮੈਨੂੰ ਚੂਜ਼ ਕੀਤਾ ਹੋਏਗਾ, ਸ਼ਾਇਦ ਮੈਂ ਕਰ ਦਿੱਤਾ। ਹੁਣ ਉਸ ਤੋਂ ਬਾਅਦ ਫਿਰ ਮਨ ਦੇ ਅੰਦਰ ਤਾਂਘ ਆਈ ਕਿ ਭਾਈ ਮੈਨੂੰ ਬਚਪਨ ਵਿੱਚ ਸਿਕੰਦਰ ਆਜ਼ਮ ਦੇ ਬਾਰੇ 'ਚ ਪੜ੍ਹਾਇਆ ਗਿਆ, ਅਲੈਗਜ਼ੈਂਡਰ ਦਾ ਗ੍ਰੇਟ। ਮੈਨੂੰ ਪੜ੍ਹਾਇਆ ਗਿਆ ਕੋਲੰਬਸ ਦੇ ਬਾਰੇ 'ਚ, ਉਹ ਇੰਡੀਆ ਦੀ ਸਰਚ ਵਿੱਚ ਗਿਆ ਅਤੇ
ਪਹੁੰਚ ਗਿਆ ਅਮਰੀਕਾ ਤੇ ਮੈਨੂੰ ਹੋਰ ਇਹੋ ਜਿਹੀ ਚੀਜ਼ਾਂ ਮਾਰਕੋ ਪੋਲੋ ਦੇ ਬਾਰੇ ਪੜ੍ਹਾਇਆ ਗਿਆ। ਮੈਨੂੰ ਇੱਥੇ ਇੰਡੀਆ ਰਹਿੰਦੇ ਹੋਏ ਤਾਂ ਕਿਸੇ ਨੇ ਪੜ੍ਹਾਇਆ ਨਹੀਂ ਸੀ ਗੁਰੂ ਨਾਨਕ ਸਾਹਿਬ ਦੇ ਸਫ਼ਰ ਦੇ ਬਾਰੇ, ਨਾ ਹੀ ਅਸੀਂ ਕਿਸੇ ਨੂੰ ਪੜ੍ਹਾ ਰਹੇ ਹਾਂ ਔਰ ਨਾ ਹੀ ਅਸੀਂ ਉਸਨੂੰ ਇੱਕ ਸੋਝੀ ਦੀ ਤਰੀਕੇ ਨਾਲ ਪ੍ਰੈਜ਼ੈਂਟ ਕਰ ਰਹੇ ਹਾਂ। ਤੇ ਉਸ ਨੂੰ ਫਿਰ ਅਸੀਂ ਪੁਰਾਤਨ ਟੈਕਸਟ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਦੀ ਲਾਈਫ ਤੇ 65 ਸਾਲ ਤੋਂ ਬਾਅਦ ਤੋਂ ਲੈ ਕੇ 150 ਸਾਲ ਤੱਕ ਦੀ ਉਹਨਾਂ ਦੀ ਲਾਈਫ ਤੋਂ ਬਾਅਦ ਦਾ ਜਿਹੜਾ ਅਸੀਂ ਸੰਗ੍ਰਹਿ ਲੈ ਕੇ ਉਸ ਨੂੰ ਅਸੀਂ ਕਰੀਏ ਤਾਂ ਉਹਦੇ ਅੰਦਰ ਸਿਰਫ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨਾ ਜੀ ਚੱਲ ਰਹੇ ਨੇ ਔਰ ਉਸ ਵਿੱਚ ਉਹਨਾਂ ਦੇ ਟਰੈਵਲ ਦਾ 9 ਮੁਲਕਾਂ ਦਾ ਦਾਇਰਾ ਹੈ, ਉਸ ਤੋਂ ਅੱਗੇ ਨਹੀਂ ਆਉਂਦਾ। ਹੁਣ ਉਸ ਤੋਂ ਅੱਗੇ ਮਾਡਰਨ ਨੈਰੇਟਿਵ ਵਿੱਚ ਤੇ ਗੁਰੂ ਨਾਨਕ ਸਾਹਿਬ ਚੱਲੀ ਜਾ ਰਹੇ ਨੇ, ਲੋਕ ਚਲਾ ਰਹੇ ਨੇ ਤੇ ਉਸ ਨੂੰ ਅਸੀਂ ਲੈ ਕੇ ਉਹ ਫਿਰ ਸ਼ਬਦਾਂ ਦਾ ਜ਼ਰੀਆ ਬਣਾ ਕੇ ਕਿ ਗੁਰੂ ਨਾਨਕ ਸਾਹਿਬ ਦੇ ਮੈਂ ਅਗਰ ਸਫ਼ਰ ਚਲਾ ਵੀ ਜਾਵਾਂਗਾ ਸਾਈਡ ਦੇ ਅੰਦਰ ਕੀ ਮੈਂ ਸਿੱਖ ਕੀ ਰਿਹਾ, ਗੱਲ ਤਾਂ ਸਿੱਖਣ ਦੀ ਹੈ ਨਾ। ਹਾਂ, ਇੱਕ ਅੰਦਰ ਦੀ ਯਾਤਰਾ ਹੈ ਨਾ ਕਿ ਜਿਹੜੀ ਅਸੀਂ 260 ਸ਼ਬਦਾਂ ਨੂੰ ਗਵਾ ਕੇ ਇਹਦੇ ਅੰਦਰ ਉਹ ਗੁਰੂ ਨਾਨਕ ਦੇ ਸ਼ਬਦਾਂ ਚੋਂ ਉਸ ਸਿਚੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਉਹਨਾਂ ਨੇ ਬਗਦਾਦ ਦੇ ਅੰਦਰ ਕੀ ਗੱਲ ਕੀਤੀ, ਫਿਰ ਅੱਜ ਦੇ ਅਸੀਂ ਮਾਹੌਲ ਜੋ ਦੇਖ ਰਹੇ ਹਾਂ ਇਹਦੇ ਅੰਦਰ ਅਸੀਂ ਕੀ ਦੇਖ ਰਹੇ ਹਾਂ ਤੇ ਉਸ ਦਾ ਵੀ ਜਵਾਬ ਅੱਜ ਦੇ ਮਾਹੌਲ ਵਿੱਚ ਅਸੀਂ ਸ਼ਬਦਾਂ ਤੋਂ ਲੱਭ ਰਹੇ ਹਾਂ। ਗੱਲ ਤਾਂ ਇਹ ਸ਼ਬਦਾਂ ਦਾ ਦੇ ਜ਼ਰੀਏ ਅਸੀਂ ਲੱਭਣਾ ਹੈ। ਇਹ ਸਫ਼ਰ ਤਾਂ ਇੱਕ ਬਹਾਨਾ ਹੈ। ਅੱਜ ਦੀ ਯਾਤਰਾ ਨੂੰ ਕਿਵੇਂ ਦੇਖਦੇ ਹੋ ਕਿ ਜੋ ਪੁਰਾਣੇ ਸਮੇਂ ਦੇ ਸ਼ਬਦ ਸੀਗੇ, ਉਹਨਾਂ ਸਮੇਂ ਦੀ ਵਿਚਾਰਧਾਰਾ ਸੀ ਤੇ ਅੱਜ ਦੇ ਵਿਚਾਰਾਂ ਨੂੰ ਉਸ ਵਿਚਾਰਾਂ ਨਾਲ ਢਾਲਣਾ ਕਿੰਨਾ ਮੁਸ਼ਕਿਲ? ਇਨਸਾਨ ਕਿਧਰੇ ਵਧਿਆ ਨਹੀਂ ਹੈ, ਉੱਥੇ ਹੀ ਹੈ ਜੇ ਖੜਾ। ਲੱਗਦਾ ਕਿ ਬਹੁਤ ਐਫਰਟ ਕਰਨੇ ਪਏ। ਨਹੀਂ, ਤੁਸੀਂ ਵਿਚਾਰਧਾਰਾ ਦੀ ਗੱਲ ਕੀਤੀ ਨਾ, ਵਿਚਾਰਧਾਰਾ ਦੇ ਅੰਦਰ ਤੇ ਇਨਸਾਨ ਜਿੱਥੇ ਉਸ ਟਾਈਮ ਗੁਰੂ ਨਾਨਕ ਸਾਹਿਬ ਦੇ ਵਿਚਾਰ ਨੂੰ ਜਿਸਨੂੰ ਐਡਰੈਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਉਹਨਾਂ ਸ਼ਬਦਾਂ ਤੋਂ ਪੜ੍ਹੋ ਤੇ ਅੱਜ ਦੇਖੋ ਇਨਸਾਨ ਤਾਂ ਉੱਥੇ ਹੀ ਖੜਾ ਹੈ, ਵਿਚਾਰਧਾਰਾ ਤੇ ਉੱਥੇ ਦੀ ਉੱਥੇ ਖੜੀ ਹੈ। ਸ਼ਾਇਦ ਆਪਣੇ ਨੂੰ ਕਹਿ ਲਈਏ ਅਸੀਂ ਮੈਂਟਲੀ ਡਿਵੈਲਪ ਹੋ ਗਏ ਹਾਂ, ਲੇਕਿਨ ਤੁਸੀਂ ਕਿਸੇ ਨੂੰ ਆਪਣੇ ਭਰਾ ਜਾਂ ਆਪਣਾ ਭੈਣ ਨਾ ਮੰਨ ਸਕੋ, ਤੁਹਾਡੇ ਅੰਦਰ ਵਾਦ ਵਿਵਾਦ ਵੈਰ ਹੈਗਾ, ਇਨਸਾਨ ਤਾਂ ਉੱਥੇ ਹੀ ਖੜਾ ਹੈ ਇੰਟਰਨਲੀ। ਬਾਕੀ ਰਹੇਗੀ ਉਸ ਜ਼ਮਾਨੇ ਦੇ ਅੰਦਰ ਤੇ ਔਰ ਅੱਜ ਮੈਂ ਕੰਪੇਅਰ ਨਹੀਂ ਕਰਨਾ ਚਾਹਾਂਗਾ। ਗੁਰੂ ਨਾਨਕ ਸਾਹਿਬ ਨੂੰ ਆਪਣੇ ਹਿਸਾਬ ਨਾਲ ਅੜਚਣਾ ਆਈਆਂ ਹੋਣਗੀਆਂ ਕਿਉਂਕਿ ਇਤਨਾ ਵੱਡਾ ਸਫ਼ਰ ਕਰਨਾ ਕੋਈ ਆਸਾਨ ਨਹੀਂ ਹੈ। ਅੱਜ ਤੇ ਅਸੀਂ ਜਹਾਜ਼ਾਂ 'ਤੇ ਚੜ੍ਹ ਕੇ ਚਲੇ ਜਾਂਦੇ ਹਾਂ, ਲੇਕਿਨ ਵੀਜ਼ਾਸ ਦੀ ਬੜੀ ਪ੍ਰੋਬਲਮ ਹੈ। ਸਾਈਟਸ 'ਤੇ ਪਹੁੰਚ ਕੇ ਉੱਥੇ ਪਹੁੰਚਣਾ, ਕੈਮਰੇ ਕੱਢਣਾ, 150 ਮਲਟੀਫੇਥ ਸਾਈਟਸ ਦੇ ਅੰਦਰ, ਫਿਰ ਉਹ ਪਹਿਲਾਂ ਨੈਰੇਟਿਵ ਨੂੰ ਆਪਣੇ ਅੰਦਰ ਬੰਨਣਾ, ਇਹ ਸਭ ਚੈਲੰਜਸ ਹੈਗੀਆਂ। ਫਾਈਨੈਂਸ਼ੀਅਲ ਚੈਲੰਜਸ ਹੈਗੀਆਂ। ਤੁਸੀਂ ਇੱਕ ਫਿਲਮ ਡਾਕੂਮੈਂਟਰੀ ਸੀਰੀਜ਼ ਕਰ ਰਹੇ ਹੋ, ਉਸ ਨੂੰ ਤੁਸੀਂ ਜਲਦੀ ਤੋਂ ਜਲਦੀ ਕੰਪਲੀਟ ਕਰਨਾ ਹੈ ਤੇ ਕਿਸ ਤਰ੍ਹਾਂ ਤੁਸੀਂ ਫਾਈਨੈਂਸ਼ੀਅਲ ਰਿਸੋਰਸਿਸ ਲੈ ਕੇ ਆਓਗੇ ਤੇ ਇਸ ਚੀਜ਼ ਨੂੰ ਕਰਨਾ। ਔਰ ਫਿਰ ਉਹ ਨਾਨ ਕਮਰਸ਼ੀਅਲ ਵਰਕ ਹੈਗਾ, ਫ੍ਰੀਲੀ ਅਵੇਲੇਬਲ ਹੈਗਾ। ਪੈਸੇ ਦੀ ਗੱਲ ਕੀਤੀ ਹੈ ਤੁਸੀਂ, ਕਿਹਾ ਕਿ ਤੁਹਾਨੂੰ YouTube ਤੋਂ ਕੋਈ ਨਹੀਂ ਰਿਸੋਰਸ ਨਹੀਂ ਚਾਹੀਦਾ, ਤੁਹਾਨੂੰ ਕੋਈ ਲਾਲਚ ਨਹੀਂ ਹੈਗਾ, ਤੁਸੀਂ ਕੀ ਲਾਇਆ ਤੁਹਾਨੂੰ ਵੀ ਤੁਹਾਡਾ ਖਰਚੇ ਵੀ ਬਹੁਤ ਨੇ ਜੋ ਆਪਾਂ ਕਿਸੇ ਕੰਟਰੀ ਦੇ ਵਿੱਚ ਜਾਂਦੇ ਹਾਂ? ਨਹੀਂ, ਮੇਰੀ ਜ਼ਿੰਦਗੀ ਦਾ ਦੇਖੋ ਹਰ ਇਨਸਾਨ ਦਾ ਆਪਣਾ ਡਰਾਈਵ ਹੁੰਦਾ ਹੈ। ਮੈਂ ਤੁਹਾਨੂੰ ਤਾਂ ਹੀ ਕਿਹਾ ਨਾ ਕਿ ਮੇਰੀ ਜ਼ਿੰਦਗੀ ਦਾ ਜੋ ਮਾਹੌਲ ਬਣਿਆ, ਜਿੱਥੋਂ ਮੈਂ ਚੱਲਿਆ, ਮੇਰਾ ਇੱਕ ਪਰਪਸ ਨਿਕਲਿਆ ਉਸ ਵਿੱਚ। ਇੱਕ ਮੇਰੀ ਜ਼ਿੰਦਗੀ ਦਾ ਪਰਪਸ ਕੀ ਹੈ ਮੈਨੂੰ ਸਮਝ ਆਇਆ। ਜ਼ਿੰਦਗੀ 'ਚ ਇਨਸਾਨ ਸਿਰਫ ਰੋਟੀ ਵਾਸਤੇ ਨਹੀਂ ਆਉਂਦਾ। ਮੈਂ 25 ਸਾਲ ਕੰਮ ਕੀਤਾ ਹੈ, ਮੈਂ ਬੜੇ ਵੱਡੇ ਅਹੁਦੇ 'ਤੇ ਸੀਗਾ। ਮੈਂ ਏਸ਼ੀਆ ਪੈਸੀਫਿਕ ਰੀਜਨ ਦਾ ਹੈਡ ਸੀਗਾ, ਰੈਵਨਿਊ ਮੈਨੇਜਮੈਂਟ ਅਮਰੀਕਨ ਐਕਸਪ੍ਰੈਸ ਬੈਂਕ ਦੇ ਅੰਦਰ। ਮੈਨੂੰ ਜਿੰਨਾ ਚਾਹੀਦਾ ਮੈਨੂੰ ਰੱਬ ਨੇ ਦੇ ਦਿੱਤਾ ਹੈ, ਮੇਰੀ ਰੋਟੀ ਚੱਲ ਰਹੀ ਹੈ। ਲੇਕਿਨ ਮੈਨੂੰ ਰੱਬ ਨੇ ਕੁਝ ਹੋਰ ਦਿੱਤਾ ਹੈ, ਉਹ ਉਸ ਦੇ ਅੰਦਰ ਮੈਨੂੰ ਰੋਟੀ ਵਾਸਤੇ ਲਾਲੇ ਨਹੀਂ ਕਰਨੇ, ਮੈਨੂੰ ਉਹ ਵਿਜ਼ਨ ਨੂੰ ਇੰਪਲੀਮੈਂਟ ਕਰਨਾ ਹੈ। ਉਸ ਵਿਜ਼ਨ ਵਾਸਤੇ ਮੇਰੇ ਪੈਸੇ ਨਹੀਂ ਨੇ, ਮੈਂ ਆਪਣੇ ਪੋਕਟ ਤੋਂ ਨਹੀਂ ਪੈਸੇ ਪਾ ਸਕਦਾ। ਮੇਰੇ ਕੋਲ ਇਤਨੇ ਨਹੀਂ ਕਿ ਮੇਰੇ ਆਪਣਾ ਰੋਟੀ ਪਾਣੀ ਚੱਲ ਸਕਦਾ ਹੈ, ਬੱਚਿਆਂ ਦੀ ਨੀਡ ਚੱਲ ਸਕਦੀ ਹੈ। ਉਤਨਾ ਰੱਬ ਨੇ ਮੈਨੂੰ ਦਿੱਤਾ ਹੈ, ਇਸੇ ਕਰਕੇ ਦਿੱਤਾ ਹੈ ਕਿ ਤੂੰ ਹੁਣ ਅੱਗੇ ਚੀਜ਼ ਨੂੰ ਕਰ। ਤੇ ਉਹਦੇ ਵਾਸਤੇ ਜਿਹੜੇ ਲੋਕ ਹੋਰ ਨੇ ਜਿਨ੍ਹਾਂ ਨੇ ਉਸ ਚੀਜ਼ ਨੂੰ, ਸਾਡੀ ਗੱਲਬਾਤ ਨੂੰ ਸਮਝਿਆ, ਸਾਡੀ ਵਿਚਾਰਧਾਰਾ ਨੂੰ ਸਮਝਿਆ, ਉਹ ਇਕੱਠੇ ਹੋਏ ਤੇ ਇਸ ਕਰਕੇ ਗੱਡੀ ਚੱਲੀ ਅੱਗੇ। ਅਸੀਂ ਅੱਗੇ ਇਸ ਨੂੰ ਰਿਕਮੈਂਡ ਕੀਤਾ। ਲੇਕਿਨ ਅਸੀਂ ਕਰਨ ਵਾਲੇ ਕੁਝ ਨਹੀਂ ਹੈ, ਲੇਕਿਨ ਜਿਹਨਾਂ ਲੋਕਾਂ ਨੇ ਸਾਨੂੰ ਸਪੋਰਟ ਕੀਤਾ ਹੈ ਉਹਨਾਂ ਦਾ ਵੀ ਬੜਾ ਵੱਡਾ ਹੱਥ ਹੈ। ਇਹ ਜਿਹੜੇ ਮੈਂ ਤੁਹਾਨੂੰ 9 ਕੰਟਰੀਜ਼ ਦੱਸੀਆਂ ਉਹ ਤੇ ਪੂਰਾ 100%, 150 ਸਾਈਟਸ ਮਲਟੀਫੇਥ ਸਾਈਟਸ ਪੂਰਾ 100% ਕੰਪਲੀਟ ਕੀਤਾ ਸੀ। ਥੈਂਕ ਯੂ ਜੀ।